ਇਹ 318 ਗਾਵਾਂ ਨੇ ਤੇ ਮੈਂ ਤੇ ਕਾਰਪੋਰੇਸ਼ਨ ਦੀ ਅਖਬਾਰ ਦੇ ਵਿੱਚ ਐਡ ਦੇਖੀ ਕਿ ਕੋਈ ਜੇ ਇਹ ਗਊਸ਼ਾਲਾ ਨੂੰ ਅਡਾਪਟ ਕਰਨਾ ਚਾਹੁੰਦਾ ਤੇ ਤੁਸੀਂ ਇੱਥੇ ਮਤਲਬ ਆਪਣੀ ਲੈਟਰ ਭੇਜ ਸਕਦੇ ਹੋ। ਤਾਂ ਮੈਂ ਫਿਰ ਭੇਜ ਕੀਤੀ ਤੇ ਭੇਜ ਕੇ ਅੱਗੇ ਫਿਰ ਉਹਨਾਂ ਨੇ ਸਾਡੇ ਤੋਂ ਸ਼ਰਤ ਰੱਖੀ ਹੈਗੀ ਕਿ ਕੋਈ ਪੈਸਾ ਨਹੀਂ ਦੇਵਾਂਗੇ। ਦੇਖੋ ਇਹ ਗਾਂ ਡੇਅਰੀ ਫਾਰਮ ਤੋਂ ਕੱਢੀ ਕਿਉਂ ਜਾਂਦੀ ਹੈ ਜਦੋਂ ਦੁੱਧ ਨਹੀਂ ਦੇ ਸਕਦੀ। ਉਹ ਡੇਅਰੀ ਫਾਰਮ ਤੋਂ ਜਦੋਂ ਕੱਢੀ ਗਈ ਉਹ ਹੈ ਤੇ ਬਜ਼ੁਰਗ ਕਿਉਂਕਿ ਦੁੱਧ ਨਹੀਂ ਦੇ ਸਕਦੀ ਜਾਂ ਉਹਨੂੰ ਕੋਈ ਬਿਮਾਰੀ ਉਹ ਸੜਕਾਂ 'ਤੇ ਆ ਗਈ। ਉਹ ਪਲਾਸਟਿਕ ਖਾਂਦੀ ਹੈ, ਜਦੋਂ ਪਲਾਸਟਿਕ ਖਾਂਦੀ ਉਹ ਬਹਿ ਜਾਂਦੀ ਉਸ ਤੋਂ ਬਾਅਦ ਸਾਨੂੰ ਕਾਲ ਆਉਂਦੀ ਹੈ ਕਿ ਯਾਰ ਇਹ ਗਾਂ ਇੱਥੇ ਪਈ ਹੈ ਤੇ ਇਹਨੂੰ ਤੁਸੀਂ ਚੁੱਕੋ। ਪੇਟ ਦੇ ਵਿੱਚ ਤੇ ਬਹੁਤ ਜ਼ਿਆਦਾ ਪਲਾਸਟਿਕ ਹੈ। ਜਦੋਂ ਦੀ ਰੈਸਕਿਊ ਕੀਤੀ ਹੈ ਸਿੱਕ ਬਿਲਕੁਲ ਸਿੱਕ ਹੈ ਤੇ ਉਹਦੇ ਕਰਕੇ ਇਹ ਉੱਠ ਵੀ ਨਹੀਂ ਪਾ ਰਹੀ ਹੈ। ਤੇ ਤੁਸੀਂ ਦੇਖੋ ਇਹਦਾ ਗਲਾ ਵੀ ਇਸ ਤਰ੍ਹਾਂ ਦਾ ਹੋਇਆ ਤਾਂ ਸਾਡੇ ਕੋਲ ਵੈਟ ਹੈ ਜਿਹੜਾ ਕਿ ਡੇਲੀ ਬੇਸਿਸ ਤੇ ਚੈੱਕ ਕਰਦਾ। ਪੈਰਾ ਵੈਟ ਹੈ ਜਿਹੜਾ 24/7 ਇੱਥੇ ਰਹਿੰਦਾ। ਕਿ ਉਹਨਾਂ ਨੇ ਇੱਕ ਅੱਛਾ ਉਪਰਾਲਾ ਸ਼ੁਰੂ ਕੀਤਾ ਔਰ ਜੇ ਸਾਥ ਨਹੀਂ ਮਿਲੇਗਾ ਲੋਕਾਂ ਦਾ ਤਾਂ ਮੋਰਲ ਡਾਊਨ ਹੋਏਗਾ। ਮੈਂ ਉਹਨਾਂ ਦੀ ਜਗ੍ਹਾ ਫੀਲ ਕਰ ਸਕਦਾ। ਜਦੋਂ ਮੈਂ ਸ਼ੁਰੂ ਹੋਇਆ ਸੀ ਮੈਂ ਵੀ ਵੀਡੀਓ 'ਚ ਬਹੁਤ ਅਗਰੈਸ਼ਨ ਦਿਖਾਉਂਦਾ ਸੀ ਕਿ ਇੱਕ ਪਾਸੋਂ ਆਪਾਂ ਕਹਿੰਦੇ ਸਮਾਜ 'ਚ ਆਹ ਚੀਜ਼ ਨਾ ਹੋਵੇ ਤੇ ਜੇ ਕੋਈ ਉਹਦੇ ਚੰਗੇ ਲਈ ਸ਼ੁਰੂਆਤ ਕਰ ਰਿਹਾ ਤਾਂ ਫਿਰ ਉਹਦਾ ਸਾਥ ਵੀ ਤਾਂ ਦਿਓ। ਸਮਾਜ ਸੇਵਾ ਦੇ ਅੱਜ ਤੱਕ ਤੁਸੀਂ ਵੱਖ-ਵੱਖ ਉਪਰਾਲੇ ਵੇਖੇ ਹੋਣਗੇ, ਲੇਕਿਨ ਅੱਜ ਜਿਸ ਸਮਾਜ ਸੇਵਾ ਨੂੰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿਤੇ ਨਾ ਕਿਤੇ ਸਾਡੇ ਧਰਮ ਦੇ ਨਾਲ ਜੁੜੀ ਹੈ, ਸਾਡੀ ਮਰਿਆਦਾ ਨਾਲ ਜੁੜੀ ਹੈ ਔਰ ਇਨਸਾਨੀ ਜ਼ਿੰਦਗੀਆਂ ਨਾਲ ਵੀ ਜੁੜੀ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਸੜਕਾਂ 'ਤੇ ਚੱਲ ਰਹੀ ਅਵਾਰਾ ਪਸ਼ੂ ਜਿਹੜੇ ਨੇ ਅਕਸਰ ਹਾਦਸੇ ਦਾ ਸ਼ਿਕਾਰ ਹੁੰਦੇ ਨੇ, ਪਰ ਉਹਨਾਂ ਵਾਸਤੇ ਇੱਕ ਮਿਸਾਲ ਅਸੀਂ ਅੱਜ ਲੰਘ ਰਹੇ ਸੀ ਤੇ ਪਤਾ ਲੱਗਾ ਕਿ ਇੱਥੇ ਇੱਕ ਕਾਊ ਸ਼ੈੱਡ ਹੈ। ਤਾਂ ਪਹਿਲੇ ਦੇਖਣ 'ਚ ਲੱਗਾ ਕਿ ਸ਼ਾਇਦ ਕੋਈ ਦੋਧੀ ਹੋਊਗਾ, ਜਿਸ ਤਰ੍ਹਾਂ ਕਿਸੇ ਨੇ ਕੋਈ ਗਾਵਾਂ ਰੱਖੀ ਹੋਣਗੀਆਂ, ਲੇਕਿਨ ਬਾਅਦ 'ਚ ਜਦੋਂ ਤਫਤੀਸ਼ ਕੀਤੀ ਇੱਕ ਤਰੀਕੇ ਦੀ ਤਾਂ ਪਤਾ ਚੱਲਿਆ ਕਿ ਇਹ ਉਹ ਸ਼ੈੱਡ ਹੈ ਕਿ ਜਿੱਥੇ ਕਿ ਜਿਹੜੀ ਅਬੈਂਡਨਡ ਗਾਵਾਂ ਨੇ ਉਹਨਾਂ ਨੂੰ ਇੱਥੇ ਰੱਖਿਆ ਜਾਂਦਾ ਔਰ ਖ਼ਾਸ ਤੌਰ 'ਤੇ ਉਹਨਾਂ ਦੀ ਸੇਵਾ ਵੀ ਕੀਤੀ ਜਾਂਦੀ ਹੈ। ਨਹੀਂ ਕਿ ਇੱਥੇ ਲਿਆ ਕੇ ਰੱਖ ਦਿੱਤਾ ਇੱਥੇ ਸਾਰਾ ਕੁਝ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਖੁੱਲ੍ਹਾ ਛੱਡਤਾ, ਪ੍ਰੋਪਰ ਉਹਨਾਂ ਉੱਤੇ ਸਰਵਿਸ ਹੈ ਔਰ ਇਹ ਸਰਵਿਸ ਜਿਹੜੀ ਹੈ ਸੇਵਾ ਜਿਹੜੀ ਹੈ ਕਹਾਂਗੇ ਸੁਖ ਅੰਮ੍ਰਿਤ ਜੀ ਨੇ ਜੋ ਕਿ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਨੇ, ਇੱਕ ਕਾਰੋਬਾਰੀ ਨੇ, ਤਾਂ ਉਹਨਾਂ ਵੱਲੋਂ ਅੱਜ ਇਹ ਸਾਰਾ ਸੇਵਾ ਦਾ ਉਪਰਾਲਾ ਕੀਤਾ ਗਿਆ ਹੈ। ਤਾਂ ਅੱਜ ਅਸੀਂ ਸੁਖ ਅੰਮ੍ਰਿਤ ਜੀ ਨਾਲ ਗੱਲਬਾਤ ਕਰਾਂਗੇ। ਸੁਖ ਅੰਮ੍ਰਿਤ ਜੀ, ਸਭ ਤੋਂ ਪਹਿਲਾਂ ਤਾਂ ਚੰਗਾ ਪ੍ਰਯਾਸ ਹੈ ਕਿਉਂਕਿ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਧਾਰਮਿਕ ਭਾਵਨਾਵਾਂ ਦੇ ਨਾਲ ਵੀ ਜੁੜਿਆ। ਅਕਸਰ ਅਸੀਂ ਦੇਖਦੇ ਹਾਂ ਕਿ ਸੜਕਾਂ 'ਤੇ ਗਾਵਾਂ ਆਉਂਦੀਆਂ, ਅਸੀਂ ਗਾਂ ਦੀ ਗੱਲ ਬਹੁਤ ਕਰਦੇ, ਕਿਤੇ ਕੋਈ ਬਛੜਾ, ਕਿਤੇ ਵੀ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਉਹ ਕੁਝ ਧਾਰਮਿਕ ਭਾਵਨਾਵਾਂ ਦੇ ਨਾਲ ਠੇਸ ਪਹੁੰਚਾਉਣ ਵਾਲਾ ਮਾਮਲਾ ਹੁੰਦਾ। ਕਿੰਨੀਆਂ ਗਾਵਾਂ ਨੇ ਤੁਹਾਡੇ ਕੋਲ ਤੇ ਕਿਵੇਂ ਤੁਹਾਡੇ ਮਨ 'ਚ ਇਹ 318 ਗਾਵਾਂ ਨੇ ਤੇ ਮੈਂ ਤੇ ਕਾਰਪੋਰੇਸ਼ਨ ਦੀ ਅਖਬਾਰ ਦੇ ਵਿੱਚ ਐਡ ਦੇਖੀ ਕਿ ਕੋਈ ਜੇ ਇਹ ਗਊਸ਼ਾਲਾ ਨੂੰ ਅਡਾਪਟ ਕਰਨਾ ਚਾਹੁੰਦਾ ਤੇ ਤੁਸੀਂ ਇੱਥੇ ਮਤਲਬ ਆਪਣੀ ਲੈਟਰ ਭੇਜ ਸਕਦੇ ਹੋ। ਤਾਂ ਮੈਂ ਫਿਰ ਭੇਜ ਕੀਤੀ ਤੇ ਭੇਜ ਕੇ ਅੱਗੇ ਫਿਰ ਉਹਨਾਂ ਨੇ ਸਾਡੇ ਤੋਂ ਸ਼ਰਤ ਰੱਖੀ ਹੈਗੀ ਕਿ ਕੋਈ ਪੈਸਾ ਨਹੀਂ ਦੇਵਾਂਗੇ, ਠੀਕ ਹੈ, ਸਾਨੂੰ ਕੋਈ ਗੱਲ ਨਹੀਂ ਕੋਲੋਂ ਕਰ ਸਕਦੇ ਹਾਂ। ਤਾਂ ਫਿਰ ਮੈਂ ਟੇਕ ਅਪ ਕਰ ਲਿਆ ਹੈਗਾ ਕਿਉਂਕਿ ਮੈਨੂੰ ਪਤਾ ਹੈਗਾ ਸ਼ਹਿਰ ਦੇ ਵਿੱਚ ਸਮੱਸਿਆ ਹੈਗੀ ਹੈ ਤੇ ਜੇ ਕੋਈ ਕਾਰਪੋਰੇਸ਼ਨ ਨੇ ਚੰਗਾ ਉਪਰਾਲਾ ਕੀਤਾ, ਬਿਕੋਜ਼ ਕਾਰਪੋਰੇਸ਼ਨ ਦਾ ਕੰਮ ਹੈ ਕੰਮ ਬਣਾ ਕੇ ਦੇਣਾ, ਗਾਂ ਜਿਹੜਾ ਚਲਾਉਣਾ ਹੈ ਉਹ ਤਾਂ NGOs ਹੀ ਕਰ ਸਕਦੀ ਹੈ ਜਾਂ ਪ੍ਰਾਈਵੇਟ ਬੰਦੇ ਕਰ ਸਕਦੇ। ਤੁਸੀਂ ਦਿਖਾਓਗੇ ਸਾਨੂੰ ਆਪਣਾ ਕਾਊ ਸ਼ੈੱਡ ਸਾਰਾ, ਤਾਂ ਨਾਲ ਅਸੀਂ ਚਰਚਾ ਵੀ ਕਰਦੇ ਰਹਾਂਗੇ। ਤਾਂ ਅਕਸਰ ਕਿਸ ਤਰ੍ਹਾਂ ਮਤਲਬ ਤੁਹਾਡੇ ਮਨ 'ਚ ਆਇਆ ਕਿ ਅਸੀਂ ਇਹਨੂੰ ਕਰਾਂਗੇ ਇਸ ਤਰੀਕੇ ਦੇ ਨਾਲ ਅਸੀਂ ਕਰੀਏ ਕਿ ਕਾਊ ਵਾਸਤੇ ਵੀ ਇੱਕ ਵੱਖਰਾ ਜਿਹੜਾ ਘਰ ਹੋਣਾ ਚਾਹੀਦਾ? ਦੇਖੋ ਇਹ ਜਿਹੜੀ ਸੰਸਥਾ ਹੈ ਉਹਦਾ ਨਾਮ ਹੈ ਕਾਮਧੇਨੂ ਗਊਧਾਮ ਟਰਸਟ ਤੇ ਇਹਦੇ ਜਿਹੜੇ ਫਾਊਂਡਰ ਜਾਂ ਸੰਸਥਾਪਕ ਨੇ ਉਹਨਾਂ ਦਾ ਨਾਮ ਹੈ ਮੈਤਰੇਆ ਦਾਦਾਸ਼ੀ ਜੀ। ਤੇ ਮੈਂ ਉੱਥੇ ਇੱਕ ਵੋਲੰਟੀਅਰ ਹੈ, ਮੇਰੀ ਕੋਈ ਆਪਣੀ ਸੰਸਥਾ ਨਹੀਂ ਹੈਗੀ, ਮੈਂ ਇੱਥੇ ਇੱਕ ਸੇਵਾਦਾਰ ਹਾਂ। ਤੇ ਮੈਂ ਜਿੰਮਾ ਚੁੱਕਿਆ ਕਿ ਇਹ ਗਊਸ਼ਾਲਾ ਜਿਹੜੀ ਵੀ ਹੈਗੀ ਹੈ ਇੱਥੇ ਫਾਈਨੈਂਸ਼ੀਅਲ ਕੋਈ ਇਸ਼ੂ ਨਹੀਂ ਆਉਂਦਾ। ਬਿਕੋਜ਼ ਤੁਸੀਂ ਦੇਖੋਗੇ ਜੇ 318 ਗਾਵਾਂ ਨੇ, ਮੈਂ ਬਹੁਤ ਬੇਸਿਕ ਜੀ ਤੁਹਾਨੂੰ ਚੀਜ਼ ਕਹਿਣਾ, ਇੱਕ ਗਾਂ ਦਾ ਜੇ ਆਪਾਂ ਇੱਕ ਦਿਨ ਦਾ ਖਰਚਾ ਲੈਂਦੇ ਹਾਂ ਖਾਣ ਪੀਣ ਦਾ, ਇੱਥੇ ਤਕਰੀਬਨ 20 ਸੇਵਾਦਾਰ ਨੇ, 20 ਸੇਵਾਦਾਰਾਂ ਦਾ ਖਰਚਾ ਆਏਗਾ। ਇੱਥੇ ਬਿਜਲੀ ਦਾ ਖਰਚਾ, ਪਾਣੀ ਦਾ ਖਰਚਾ, ਇੱਥੇ ਦਵਾਈਆਂ ਦਾ ਖਰਚਾ, ਬਿਕੋਜ਼ ਇੱਥੇ ਜਿਹੜੀ ਗਾਵਾਂ ਹੈਗੀਆਂ ਉਹ ਉਹਨਾਂ ਦਾ ਦਵਾਈਆਂ ਦਾ ਖਰਚਾ ਜ਼ਿਆਦਾ ਪੈਂਦਾ। ਤੇ ਉਹ ਜੇ ਸਾਰਾ ਆਪਾਂ ਟੋਟਲ ਲਾਈਏ ਤੇ ਤਕਰੀਬਨ ਇੱਕ ਗਾਂ ਦੇ ਪਿੱਛੇ ਇੱਕ ਦਿਨ ਦਾ ਜੇ 100 ਰੁਪਇਆ ਵੀ ਹੈ ਤੇ ਇਹ ਇੱਕ ਮਹੀਨੇ ਦਾ 3000 ਹੋ ਗਿਆ। 318 ਨਾਲ ਜੇ ਤੁਸੀਂ ਇਹਨੂੰ ਮਲਟੀਪਲਾਈ ਕਰੋਗੇ ਤਕਰੀਬਨ 9.5 ਲੱਖ ਰੁਪਇਆ ਖਰਚਾ ਬਣ ਜਾਂਦਾ ਪੂਰੇ ਸ਼ੈੱਡ ਦਾ ਇਹਨੂੰ ਚਲਾਉਣ ਦਾ। ਸਰ ਇੱਕ ਅਸੀਂ ਦੇਖ ਰਹੇ ਹਾਂ ਗ੍ਰੀਨ ਰੰਗ ਦਾ ਉਹਨਾਂ ਦੇ ਗਲ ਦੇ ਵਿੱਚ ਕੁਝ ਪਿਆ ਹੈ ਤੇ ਉਹਨਾਂ ਦੇ ਕੰਨ ਤੇ ਵੀ ਲਿਖਿਆ ਹੈ, ਉਹ ਕੀ ਹੈ? ਬੇਸਿਕਲੀ ਤੇ ਇਹ ਗ੍ਰੀਨ ਕਲਰ ਦਾ ਜਿਹੜਾ ਗਲੇ ਦੇ ਵਿੱਚ ਜਿਹੜਾ ਪਿਆ ਇਹ ਤੇ ਕਿ ਜੇ ਕਿਸੇ ਨੇ ਇੱਥੇ ਗਾਂ ਅਡਾਪਟ ਕਰ ਲਈ, ਸਾਰਿਆਂ ਨੂੰ ਇੱਥੇ ਆਫਰ ਦਿੰਦੇ ਆ ਜਾਂ ਰਿਕੁਐਸਟ ਕਰਦੇ ਆ ਕਿ ਕੋਈ ਵੀ ਇੱਕ ਗਾਂ ਜਿਹੜੀ ਅਡਾਪਟ ਕਰਨਾ ਚਾਹੁੰਦਾ ਉਹਦਾ ਮਹੀਨੇ ਦੀ ਸੇਵਾ 3000 ਰੁਪਇਆ ਤੁਸੀਂ ਸੇਵਾ ਦਿਓ। ਤੁਸੀਂ ਗਾਂ ਜਿਹੜੀ ਤੁਹਾਨੂੰ ਪਸੰਦ ਆਉਂਦੀ ਹੈ ਤੁਸੀਂ ਉਹਨੂੰ ਅਡਾਪਟ ਕਰ ਲਓ, ਉਹਨੂੰ ਤੁਸੀਂ ਕੋਈ ਵੱਖਰਾ ਕੁਝ ਦੇਣਾ ਚਾਹੁੰਦੇ ਹੋ ਉਹ ਦਿੱਤਾ ਜਾਏਗਾ। ਉੱਥੇ ਤੁਸੀਂ ਰੋਜ਼ ਆ ਕੇ ਮਿਲੋ, ਸਾਨੂੰ ਸਭ ਤੋਂ ਵਧੀਆ ਲੱਗੇਗਾ। ਉਸ ਤੋਂ ਇਲਾਵਾ ਜਿਹੜੇ ਕੰਨਾਂ 'ਤੇ ਤੁਸੀਂ ਟੈਗ ਦੇਖ ਰਹੇ ਹੋ, ਇਹ ਟੈਗ ਅਸੀਂ ਦਿਖਾ ਰਹੇ ਹਾਂ, ਤੁਸੀਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਜ਼ੂਮ ਕਰਨ, ਉੱਥੇ ਕੰਨ ਦੇ ਉੱਤੇ ਜਿਹੜਾ ਟੈਗ ਹੈ ਉਹ ਕਿਸ ਤਰ੍ਹਾਂ ਦਾ?
ਇਹ ਟੈਗ ਆਪਾਂ ਦੋ ਕਲਰ ਦੇ ਨੇ, ਇੱਕ ਗ੍ਰੀਨ ਹੈ ਇੱਕ ਔਰੇਂਜ ਹੈ। ਔਰੇਂਜ ਟੈਗ ਮੇਲ ਕਾਊਸ ਵਾਸਤੇ ਹੈ ਤੇ ਜਿਹੜਾ ਗ੍ਰੀਨ ਟੈਗ ਹੈ ਫੀਮੇਲ ਕਾਊਸ ਵਾਸਤੇ। ਇਹ ਅਸੀਂ ਆਪਣੀ ਗਿਣਤੀ ਵਾਸਤੇ ਤੇ ਸਾਂਭ ਸੰਭਾਲ ਵਾਸਤੇ ਹੈਗਾ। ਹਰ ਟੈਗ ਦਾ ਇੱਕ ਯੂਨੀਕ ਨੰਬਰ ਦਿੱਤਾ ਗਿਆ। ਜੇ ਕੱਲ ਨੂੰ ਕੋਈ ਵੀ ਗਾਂ ਬਿਮਾਰ ਹੁੰਦੀ ਹੈ ਤੇ ਡਾਕਟਰ ਨੂੰ ਪਤਾ ਰਹੇਗਾ ਕਿਹੜੀ ਗਾਂ ਦਾ ਨੰਬਰ ਹੈ ਜਿਹੜੀ ਬਿਮਾਰ ਹੋਈ ਹੈ, ਤੇ ਉਹਦੇ ਕਰਕੇ ਉਹ ਫਿਰ ਗਾਂ ਬੁਲਾ ਕੇ ਤੇ ਉਹਦਾ ਚੈੱਕਅਪ ਵਗੈਰਾ ਕੰਟੀਨਿਊ ਕਰ ਸਕਦੇ। ਬਿਕੋਜ਼ ਦੇਖਣ ਸਾਰੀਆਂ ਸੇਮ ਨੇ ਤੇ ਤੁਹਾਨੂੰ ਕਿਤੇ ਨਾ ਕਿਤੇ ਭੁਲੇਖਾ ਵੀ ਪੈ ਸਕਦਾ ਕਿਹੜੀ ਦਾ ਇਲਾਜ ਚੱਲ ਰਿਹਾ ਕਿਹੜੀ ਦਾ ਨਹੀਂ ਚੱਲ ਰਿਹਾ। ਇਹ ਚਾਰਾ ਪਾਇਆ ਜਾ ਰਿਹਾ ਜੀ? ਹਾਂਜੀ, ਇੱਥੇ ਗਿੱਲਾ ਤੇ ਸੁੱਕਾ, ਤੁਸੀਂ ਬੇਸਿਕਲੀ ਕਹਿ ਸਕਦੇ ਹੋ ਹਰਾ ਚਾਰਾ ਤੇ ਸੁੱਕਾ ਚਾਰਾ, ਤੇ ਨਾਲ ਇਹਦੇ 'ਚ ਆਪਾਂ ਹੋਰ ਵੀ ਜਿਹੜੇ ਤੁਸੀਂ ਕਹਿ ਸਕਦੇ ਹੋ ਮਿਕਸ ਕੀਤਾ ਜਾਂਦਾ ਮਸਾਲਾ, ਉਹ ਵਿੱਚ ਚੋਕਰ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਆ। ਕਈ ਤਾਂ ਪਹਿਲਾਂ ਆਪਾਂ ਸਰਦੀਆਂ ਗੁੜ ਵੀ ਪਾਉਂਦੇ ਨੇ, ਇਹ ਸਾਰਾ ਮਿਕਸ ਕਰਕੇ ਇੱਥੇ ਦਿੱਤਾ ਜਾਂਦਾ ਦਿਨ 'ਚ 2 ਵਾਰੀ। ਤੇ ਇਹ ਦੁੱਧ ਨਹੀਂ ਦਿੰਦੀਆਂ? ਦੇਖੋ, ਇਹ ਗਾਂ ਡੇਅਰੀ ਫਾਰਮ ਤੋਂ ਕੱਢੀ ਕਿਉਂ ਜਾਂਦੀ ਹੈ? ਜਦੋਂ ਦੁੱਧ ਨਹੀਂ ਦੇ ਸਕਦੀ, ਉਹ ਡੇਅਰੀ ਫਾਰਮ ਤੋਂ ਜਦੋਂ ਕੱਢੀ ਗਈ ਉਹ ਹੈ ਤੇ ਬਜ਼ੁਰਗ, ਕਿਉਂਕਿ ਦੁੱਧ ਨਹੀਂ ਦੇ ਸਕਦੀ ਜਾਂ ਉਹਨੂੰ ਕੋਈ ਬਿਮਾਰੀ, ਉਹ ਸੜਕਾਂ ਤੇ ਆ ਗਈ, ਉਹ ਪਲਾਸਟਿਕ ਖਾਂਦੀ ਹੈ। ਜਦੋਂ ਪਲਾਸਟਿਕ ਖਾਂਦੀ ਉਹ ਬਹਿ ਜਾਂਦੀ, ਉਸ ਤੋਂ ਬਾਅਦ ਸਾਨੂੰ ਕਾਲ ਆਉਂਦੀ ਹੈ ਕਿ ਯਾਰ ਇਹ ਗਾਂ ਇੱਥੇ ਪਈ ਹੈ ਤੇ ਇਹਨੂੰ ਤੁਸੀਂ ਚੁੱਕੋ। ਤੇ ਸਾਡੀ ਕਪੈਸਿਟੀ ਵੈਸੇ 250 ਹੈ, ਆਪਾਂ 318 ਗਾਵਾਂ ਇਸ ਵੇਲੇ ਰੱਖੀਆਂ ਹੋਈਆਂ ਇੱਥੇ। ਤੇ ਜਦੋਂ ਗਾਂ ਸਾਡੇ ਕੋਲ ਆਈ ਹੈ, ਉਹ ਜ਼ਰੂਰੀ ਗੱਲ ਹੈ ਨਾ ਉਹ ਦੁੱਧ ਦੇ ਸਕਦੀ ਹੈ, ਪੇਟ ਦੇ ਵਿੱਚ ਉਹਦੇ ਪਲਾਸਟਿਕ ਭਰਿਆ ਪਿਆ, ਉਹ ਜ਼ਿਆਦਾਤਰ ਬਿਮਾਰ ਨਿਕਲੇਗੀ। ਜੇ ਉਹਦਾ ਐਕਸੀਡੈਂਟ ਹੋਇਆ ਤੇ ਉਹਨੂੰ ਸੱਟਾਂ ਲੱਗੀਆਂ ਹੋਈਆਂ ਤੇ ਉਹ ਸੱਟਾਂ ਵਾਲੀਆਂ ਵੀ ਗਾਵਾਂ ਵੀ ਆਉਂਦੀਆਂ? ਹਾਂ, ਅੱਗੇ ਆਈਸੀਯੂ ਹੈਗਾ ਜੀ। ਤੇ ਤੁਹਾਨੂੰ ਕੇਸਿਸ ਉਹ ਵਾਲੇ ਵੀ ਆਉਂਦੇ ਜਿਹਦੇ ਵਿੱਚ ਐਨੀਮਲ ਕਰੂਅਲਟੀ ਬਹੁਤ ਹੋਈ ਹੁੰਦੀ ਹੈ ਹੂੰ, ਤੇ ਉਹਦੇ ਕਰਕੇ ਦਿੱਕਤ ਵੀ ਰਹਿੰਦੀ, ਕਈ ਮਰ ਵੀ ਜਾਂਦੀ ਇਮੀਡੀਏਟ ਬੇਸਿਸ ਤੇ, ਕਈ ਆਉਂਦੀਆਂ ਹੀ ਜਦੋਂ ਆਂਦੇ ਕਈਆਂ ਦੀ ਡੈਥ ਹੋ ਜਾਂਦੀ। ਲੇਕਿਨ ਜਿਹੜੀ ਰਹਿ ਗਈ ਹੈ ਉਹਨਾਂ ਦਾ ਹੀ ਕੋਸ਼ਿਸ਼ ਕਰਦੇ ਹਾਂ। ਪੰਜ ਕੁਝ ਗਾਵਾਂ ਨੇ ਉਹ ਕਿਸ ਤਰ੍ਹਾਂ ਨੇ? ਉਹ ਤੇ ਐਕਚੁਅਲੀ ਕਪੈਸਿਟੀ ਫੁੱਲ ਹੈ ਤਾਂ ਆਪਾਂ ਬਾਹਰ ਰੱਖੀ। ਦੇਖੋ, ਬਾਹਰ ਕੂੜਾ ਖਾਂਦੀਆਂ, ਉਹ ਤੋਂ ਵਧੀਆ ਦੇ ਅੰਦਰ ਆਪਾਂ ਕੁਛ ਨਾ ਕੁਛ ਤੇ ਠੀਕ ਦਿੰਦੇ ਆ। ਰਹਿਣ ਸਹਿਣ ਤੇ ਠੀਕ ਹੈ, ਕੋਈ ਐਨੀਮਲ ਕਰੂਅਲਟੀ ਤੇ ਨਹੀਂ ਹੋਏਗੀ, ਕੋਈ ਲੋਕ ਤੇ ਨਹੀਂ ਮਾਰਨਗੇ ਕਿਸੇ ਨੂੰ। ਆਈਸੀਯੂ ਕਿਹੜਾ ਜੀ? ਇਹ ਅੱਗੇ ਇਹ ਵਾਲਾ ਹੈਗਾ ਜੀ। ਤਾਂ ਇਹ ਕਿਹੜਾ ਆਈਸੀਯੂ? ਆਈਸੀਯੂ ਤਾਂ ਅੱਜ ਤੱਕ ਅਸੀਂ ਹਸਪੀਟਲ 'ਚ ਜਾਂਦੇ ਆ ਤਾਂ ਬੰਦਿਆਂ ਵਾਸਤੇ ਆਈਸੀਯੂ ਦੇਖੇ ਹੋਣਗੇ, ਲੇਕਿਨ ਅੱਜ ਤੁਹਾਨੂੰ ਅਸੀਂ ਪਹਿਲੀ ਵਾਰ ਟੀਵੀ ਦੇ ਵਿੱਚ ਦਿਖਾ ਰਹੇ ਆ ਕਿ ਗਾਵਾਂ ਦਾ ਆਈਸੀਯੂ ਕੀ ਹੈ, ਉਹ ਵੀ ਤੁਹਾਨੂੰ ਅਸੀਂ ਦਿਖਾਉਂਦੇ ਆ। ਤਾਂ ਉੱਥੇ ਪ੍ਰੋਪਰ ਜਿਹੜਾ ਹੈ ਗਾਵਾਂ ਰੱਖੀਆਂ ਜਾਂਦੀਆਂ ਨੇ। ਤਾਂ ਕਿਉਂ ਆਈਸੀਯੂ ਬਣਾਇਆ ਗਿਆ ਹੈ ਉਸ ਦੇ ਬਾਰੇ ਵੀ ਅਸੀਂ ਚਰਚਾ ਜਾਰੀ ਰੱਖਾਂਗੇ। ਬੇਸਿਕਲੀ ਇੱਥੇ ਜਿਹੜੀ ਗਾਂ ਸਾਡੇ ਕੋਲ ਆਉਂਦੀ ਹੈ ਤੇ ਕਿਤੇ ਨਾ ਕਿਤੇ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗੀ ਜਾਂ ਉਹਨੂੰ ਸਪੈਸ਼ਲ ਅਟੈਂਸ਼ਨ ਚਾਹੀਦੀ ਹੈ, ਉਹ ਗਾਂ ਇੱਥੇ ਰੱਖੀ ਜਾਂਦੀ। ਜਿਸ ਤਰ੍ਹਾਂ ਇਹ ਵਾਲੀ ਹੈ, ਇਹਨੂੰ ਕੀ ਹੋਇਆ ਜੀ? ਇਹ ਪੇਟ ਦੇ ਵਿੱਚ ਤੇ ਬਹੁਤ ਜ਼ਿਆਦਾ ਪਲਾਸਟਿਕ ਹੈ। ਜਦੋਂ ਦੀ ਰੈਸਕਿਊ ਕੀਤੀ ਹੈ ਸਿੱਕ, ਬਿਲਕੁਲ ਸਿੱਕ ਹੈ ਤੇ ਉਹਦੇ ਕਰਕੇ ਇਹ ਉੱਠ ਵੀ ਨਹੀਂ ਪਾ ਰਹੀ ਹੈ। ਤੇ ਤੁਸੀਂ ਦੇਖੋ ਇਹਦਾ ਗਲਾ ਵੀ ਇਸ ਤਰ੍ਹਾਂ ਦਾ ਹੋਇਆ ਤਾਂ ਸਾਡੇ ਕੋਲ ਵੈਟ ਹੈ ਜਿਹੜਾ ਕਿ ਡੇਲੀ ਬੇਸਿਸ ਤੇ ਚੈੱਕ ਕਰਦਾ। ਪੈਰਾ ਵੈਟ ਹੈ ਜਿਹੜਾ 24/7 ਇੱਥੇ ਰਹਿੰਦਾ ਤੇ ਉਹ ਫਿਰ ਗਾਂ ਧਿਆਨ ਰੱਖਦਾ ਇਹਨਾਂ ਦਾ। ਮੈਂ ਅੱਗੇ ਤੁਹਾਨੂੰ ਮੈਂ ਹੋਰ ਦਿਖਾ ਦਿੰਦਾ। ਇਹਦੇ ਵਿੱਚ ਇੱਕ ਗਾਂ ਤੁਹਾਨੂੰ ਇਹ ਵੀ ਮਿਲੇਗੀ ਜਿਹਦਾ ਪੈਰ ਕਿਸੇ ਨੇ ਕੱਟਿਆ ਹੋਇਆ। ਪੈਰ ਵੱਢਿਆ ਹੋਇਆ ਜੀ, ਜਦੋਂ ਆਈ ਸੀ ਤਾਂ ਪੈਰ ਵੱਢਤਾ ਗਿਆ ਸੀਗਾ ਤੇ ਹੁਣ ਤੇ ਚਲੋ ਬਹੁਤਾ ਰਿਕਵਰ ਕਰ ਗਈ ਹੈ। ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਇਹਨੂੰ ਬਾਕੀਆਂ ਨਾਲੋਂ ਵੱਖਰਾ ਹੀ ਰੱਖੀਏ। ਅੱਗੇ ਵੀ ਜੇ ਤੁਸੀਂ ਦੇਖ ਸਕਦੇ ਹੋ, ਇਹ ਗਾਂ ਦੇ ਪੈਰਾਂ 'ਚ ਪੱਟੀਆਂ ਹੋਈਆਂ, ਉਹ ਵਾਲੀ ਗਾਂ ਵੀ ਜੇ ਤੁਸੀਂ ਦੇਖੋ ਉਹਦੇ ਪੈਰਾਂ 'ਚ ਪੱਟੀਆਂ ਹੋਈਆਂ, ਬਿਕੋਜ਼ ਕਿਤੇ ਨਾ ਕਿਤੇ ਇਹਨਾਂ ਨੂੰ ਸੱਟ ਲੱਗੀ। ਤੇ ਇਹਨਾਂ ਨਾਲੋਂ ਬਾਕੀਆਂ ਨਾਲੋਂ ਵੱਖਰਾ ਰੱਖਿਆ ਜਾਂਦਾ? ਜਿਨ੍ਹਾਂ ਨੂੰ ਦੇਖੋ ਸਪੈਸ਼ਲ ਕੇਅਰ ਚਾਹੀਦੀ ਹੈ ਉਹ ਆਪਾਂ ਵੱਖਰੀ ਕਰ ਦਿੰਦੇ ਹਾਂ। ਤੇ ਦੂਜਾ ਇਹ ਵੀ ਇਸ਼ੂ ਆ ਸਕਦਾ ਹੈ ਕਿ ਬਾਕੀ ਗਾਵਾਂ ਦੇ ਨਾਲ ਕਿਤੇ ਲੜਾਈ ਝੜਪ ਕਿਤੇ ਨਾ ਪੈ ਜਾਏ, ਤੇ ਉਹਦੇ ਕਰਕੇ ਆਪਾਂ ਇਹਨਾਂ ਨੂੰ ਵੱਖਰਾ ਹੀ ਰੱਖਦੇ ਹਾਂ। ਤਾਂ ਸਰ ਹੁਣ ਮੇਰਾ ਇੱਕ ਸਵਾਲ ਹੈ ਕਿ ਕਿਵੇਂ ਤੁਹਾਡੇ ਮਨ 'ਚ ਆਇਆ ਕਿ ਇਹ ਕੰਮ ਕਰਨਾ ਚਾਹੀਦਾ? ਮੈਂ ਤੇ ਤੁਹਾਨੂੰ ਸ਼ੇਅਰ ਕੀਤਾ ਜੀ, ਸਾਡੀ ਸੰਸਥਾ ਹੈ, ਉਹਨਾਂ ਦਾ ਕੰਮ ਹੀ ਇਹੀ ਹੈ ਕਿ ਬੂੜੀ ਤੁਸੀਂ ਕਿੰਨਾ ਫਾਈਨੈਂਸ਼ਲੀ ਤੁਹਾਡਾ ਮਹੀਨੇ ਦਾ ਖਰਚਾ? 9 ਲੱਖ ਦੇ ਕਰੀਬ ਆ ਜਾਂਦਾ ਜੀ ਜਿਹੜਾ ਖਰਚਾ ਸਾਡਾ ਇਹਦਾ ਰਨਿੰਗ ਦਾ। ਦਿਨ ਕਦੀ ਰੋਕਿਆ ਨਹੀਂ ਕਿ ਤੁਸੀਂ ਨਾ ਕਰੋ? 9 ਲੱਖ ਰੁਪਏ ਬਹੁਤ ਇਟਸ ਅ ਹਿਊਜ ਅਮਾਉਂਟ। ਬਹੁਤ ਸਪੋਰਟਿਵ ਨੇ ਜੀ, ਕਦੇ ਨਹੀਂ ਬਹੁਤ ਸਪੋਰਟਿਵ ਨੇ। ਪਰ ਕਹਿੰਦੇ ਨੇ ਕਿ ਇੱਕ ਵਪਾਰੀ ਕੋ ਅੱਜਕੱਲ ਤੇ ਸਮਾਂ ਹੀ ਨਹੀਂ ਹੁੰਦਾ। ਕਹਿੰਦੇ ਅੱਜਕੱਲ ਤੇ ਵਪਾਰ ਦੇ ਦਾਅ ਪੇਚ ਇੰਨੇ ਔਖੇ ਨੇ, ਫਿਰ ਤੁਸੀਂ ਕਿਵੇਂ ਸਮਾਂ ਕੱਢਦੇ ਹੋ ਉੱਥੇ? ਮੈਂ ਦੇਖੋ ਫਾਈਨੈਂਸ਼ੀਅਲ ਨੀਡ ਪੂਰੀ ਕਰਨ ਦੀ ਜ਼ਿੰਮੇਵਾਰੀ ਲਈ ਹੈ ਤੇ ਉਹ ਮੈਨੂੰ ਬਹੁਤਾ ਆਉਣ ਦੀ ਲੋੜ ਨਹੀਂ। ਲੇਕਿਨ ਮੈਂ ਸੰਡੇ ਇੱਕ ਦਿਨ ਰੱਖਿਆ, ਮੈਂ ਆਉਣਾ ਹੀ ਆਉਣਾ, ਕਿਸੇ ਨੇ ਮੈਨੂੰ ਮਿਲਣਾ, ਮੈਂ ਉਹਨੂੰ ਇੱਥੇ ਬੁਲਾਉਣਾ, ਗਊਸ਼ਾਲਾ ਦਿਖਾਉਣਾ। ਤੇ ਜਿਹੜੇ ਲੋਕ ਜੁੜ ਰਹੇ ਵਧੀਆ ਜੀ। ਹੁਣ ਕੈਪੈਸਿਟੀ ਇਜ਼ ਫੁੱਲ ਨਾਓ? ਕੈਪੈਸਿਟੀ ਇਜ਼ ਫੁੱਲ। ਇਨ ਫੈਕਟ ਇਸ ਗਊਸ਼ਾਲਾ ਹਾਲੇ ਵੀ ਮਾਰਕੀਟ ਸ਼ਾਇਦ ਦੇਖਦੇ ਆ ਗਾਵਾਂ ਹਾਲੇ ਵੀ ਸੜਕਾਂ ਤੇ ਨੇ, ਕਈ ਵਾਰ ਹਾਦਸੇ ਦਾ ਸ਼ਿਕਾਰ ਹੁੰਦੇ, ਇਨਸਾਨੀ ਜ਼ਿੰਦਗੀਆਂ ਵੀ ਚਲ ਜਾਂਦੀਆਂ। ਤਕਰੀਬਨ ਮੈਂ ਮੰਨਦਾ ਕਿ ਸ਼ਹਿਰ ਦੇ ਵਿੱਚ 2000 ਗਾਵਾਂ ਹੋਣਗੀਆਂ, ਅਸੀਂ 300 ਰੱਖੀਆਂ। ਇੱਥੇ ਆਪਾਂ ਹੋਰ ਕੰਸਟਰਕਸ਼ਨ ਕਰਾ ਰਹੇ ਹਾਂ, ਤਕਰੀਬਨ ਇਸ ਏਰੀਆ ਦੇ 500 ਦੀ ਕੈਪੈਸਿਟੀ ਬਣ ਜਾਏਗੀ ਜੇ ਕੱਲ। ਹਾਂਜੀ, ਕਿਸ ਤਰ੍ਹਾਂ ਬਣੇਗੀ? ਇਹ ਤੁਸੀਂ ਕੱਚਾ ਸ਼ੈੱਡ ਦੇਖ ਰਹੇ ਹੋ, ਇਹ ਕੱਚੀ ਜਿਹੜੀ ਦੀਵਾਰ, ਇਹਨੂੰ ਕੱਢ ਕੇ ਅੱਗੇ ਸਾਨੂੰ ਤੇ 5500 ਸਕੁਆਇਰ ਫੁੱਟ ਹੋਰ ਥਾਂ ਮਿਲ ਰਹੀ ਹੈ, ਉੱਥੇ ਸ਼ੈੱਡ ਬਣੇਗਾ। ਕੰਧਾਂ ਦੇ ਨਾਲ ਸ਼ੈੱਡ ਬਣ ਰਿਹਾ, ਸਿੰਗਲ ਸ਼ੈੱਡ ਬਣੇਗਾ, ਉੱਥੇ ਕੈਪੈਸਿਟੀ ਵਧੀ ਜਾਏਗੀ। 500 ਗਾਵਾਂ ਜਦੋਂ ਇੱਥੇ ਹੋ ਜਾਣਗੀਆਂ ਇਹ ਫੁੱਲ ਹੋ ਜਾਏਗਾ। ਇਹਦੇ ਮੇਰਾ ਸਵਾਲ ਹੈ ਕਿਵੇਂ ਤੁਹਾਡੇ ਮਨ 'ਚ ਆਇਆ ਕਿ ਇਹ ਸੇਵਾ ਕਰਨੀ ਚਾਹੀਦੀ ਹੈ? ਕਿਉਂਕਿ ਸਾਡੇ ਸਮਾਜ 'ਚ ਬਹੁਤ ਸਾਰੀ ਇਹ ਗੱਲ, ਮੈਂ ਫਿਰ ਤੁਹਾਨੂੰ ਕਹਾਂਗਾ ਕਿ ਇਹ ਆਪਾਂ ਕੋਈ ਧਾਰਮਿਕ ਕੰਮ ਨਹੀਂ ਕਰਦੇ, ਕੋਈ ਪੋਲੀਟੀਕਲ ਕੰਮ ਨਹੀਂ ਹੈ, ਇਹ ਸੇਵਾ ਹੈ।
ਤੇ ਮੈਨੂੰ ਇਸ ਚੀਜ਼ ਦੀ ਲੋੜ ਦਿਖੀ। ਇੱਥੇ ਕੋਈ ਹੋਰ ਨਹੀਂ ਆ ਰਿਹਾ ਸੀਗਾ ਬਿਕੋਜ਼ ਜਦੋਂ ਪਤਾ ਲੱਗਾ ਟੈਂਡਰ ਕਿੰਨੇ ਭਰਨੇ ਆ ਤੇ ਉਹ ਦੂਜੇ ਟਾਈਪ ਦੀ ਆਰਗੇਨਾਈਜੇਸ਼ਨ ਸੀਗੀਆਂ ਤੇ ਹੀ ਉਹ ਸਾਰਿਆਂ ਨੂੰ ਕਾਰਪੋਰੇਸ਼ਨ ਨੇ ਸਾਨੂੰ ਚੂਜ਼ ਕੀਤਾ। ਮੈਂ ਤੇ ਬਹੁਤ ਖੁਸ਼ੀ ਮੈਂ ਮਹਿਸੂਸ ਕੀਤੀ ਕਿ ਸਾਰਿਆਂ ਤੋਂ ਆਪਾਂ ਬੈਟਰ ਨਿਕਲੇ ਤੇ ਅਸੀਂ ਇਹਨੂੰ ਟੇਕ ਅਪ ਕੀਤਾ ਜੀ। ਇਹ ਸਰ ਲੋਕਾਂ ਨੂੰ ਕੀ ਅਡਾਪਟ ਵੀ ਕਰਾਉਂਦੇ ਹੋ ਤਾਂ ਕਹਿੰਦੇ ਗਾਂ? ਬਿਲਕੁਲ ਜੀ, ਇੱਕ ਗਾਂ ਦਾ ਖਰਚਾ 3000 ਦਾ ਹੈ, ਸਾਲ ਦਾ ਖਰਚਾ 36000 ਦਾ ਹੈ। ਜਿਹਦੀ ਸ਼ਰਧਾ ਹੈ, ਮੈਂ ਮੋਬਾਈਲ ਨੰਬਰ ਬੋਲ ਸਕਦਾ ਜਦੋਂ ਤੁਹਾਨੂੰ 9815251227 ਇਹ ਮੋਬਾਈਲ ਨੰਬਰ ਹੈ 9815121227। ਮੋਹਿਤ ਜੀ ਨੇ ਜਿਹੜੇ ਇੱਥੇ ਮੇਨ ਸੇਵਾਦਾਰ ਨੇ। ਤੁਸੀਂ ਕਿਸੇ ਵੀ ਤਰੀਕੇ ਮਦਦ ਕਰਨਾ ਚਾਹੁੰਦੇ ਹੋ, ਪੈਸੇ ਨਹੀਂ ਚਾਹੀਦੇ, ਜੇ ਤੁਸੀਂ ਨਹੀਂ ਦੇਣਾ ਚਾਹੁੰਦੇ ਨਾ ਦਿਓ, ਤੁਸੀਂ ਚਾਰਾ ਲੈ ਕੇ ਆਓ, ਅਸੀਂ ਤੁਹਾਨੂੰ ਦੱਸ ਦਾਂਗੇ ਕਿੱਥੇ ਪਿਆ ਕਿੱਧਰੋਂ ਮਿਲਦਾ, ਤੁਸੀਂ ਉੱਥੇ ਪੈਸੇ ਡਾਇਰੈਕਟਲੀ ਦਿਓ ਤੇ ਅਸੀਂ ਉਹ ਲੈ ਕੇ ਇੱਥੇ ਨਹੀਂ ਲੈਂਦੇ, ਡਾਇਰੈਕਟ ਚਾਰਾ ਹੀ ਲੈਂਦੇ? ਨਹੀਂ, ਜੇ ਕੋਈ ਪੈਸੇ ਨਹੀਂ ਦੇਣਾ ਚਾਹੁੰਦਾ ਆਪਾਂ ਉਧਰਾਂ ਕਰਾ ਲਈਏ ਤੇ ਅਦਰਵਾਈਜ਼ ਮਤਲਬ ਜੇ ਕੋਈ ਡੋਨੇਟ ਕਰਨਾ ਚਾਹੁੰਦਾ ਸਾਡਾ ਲਿੰਕ ਹੈ, ਆਪਾਂ ਉਹ ਟੇਕ ਅਪ ਕਰ ਲੈਂਦੇ ਹਾਂ ਜੀ। ਅਨਮੋਲ ਕੁਆਤਰਾ ਜੀ ਵੀ ਹੈ ਸਾਡੇ ਨਾਲ ਮੌਜੂਦ ਨੇ। ਸਰ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਆਏ ਹੋ, ਕਿੱਦਾਂ ਲੱਗਾ ਤੁਹਾਨੂੰ? ਵਧੀਆ ਕੰਮ ਕਰ ਰਹੇ ਨੇ ਬਾਈ, ਤਾਂ ਵਧੀਆ ਕੰਮ ਨੂੰ ਸਪੋਰਟ ਕਰਨਾ ਸਾਡਾ ਫਰਜ਼ ਹੈ। ਜੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਚੰਗੇ ਕੰਮ ਨੂੰ ਸਪੋਰਟ ਕਰੋ, ਤਾਂ ਜੇ ਉਹ ਵੀ ਅੱਛਾ ਕੰਮ ਕਰ ਰਹੇ ਨੇ ਤਾਂ ਸਾਡਾ ਵੀ ਫਰਜ਼ ਹੈ ਉਹਨਾਂ ਨੂੰ ਸਪੋਰਟ ਕੀਤਾ। ਸਾਰੀਆਂ ਤੁਸੀਂ ਜਗ੍ਹਾ ਤੇ ਗਏ ਹੋ, ਇੱਥੇ ਆ ਕੇ ਕਿੱਦਾਂ ਦਾ ਐਕਸਪੀਰੀਅੰਸ ਲੱਗਾ? ਕਿਉਂਕਿ ਅਕਸਰ ਤੁਸੀਂ ਦੇਖਦੇ ਆ ਸਮਾਜ ਸੇਵਾ, ਦਵਾਈਆਂ ਦਾ ਕੰਮ, ਤੁਸੀਂ ਕਾਫੀ ਜ਼ਿਆਦਾ ਲੋਕ ਸੇਵਾਦਾਰ ਤੁਹਾਡੇ ਨਾਲ ਜੁੜੇ ਨੇ, ਇਹ ਇੱਕ ਅਲੱਗ ਤਰ੍ਹਾਂ ਦੀ ਸੇਵਾ ਹੈ। ਬਹੁਤ ਵਧੀਆ ਬਾਈ, ਸੇਵਾ ਕਦੀ ਵੀ ਕੋਈ ਅਲੱਗ ਤਰ੍ਹਾਂ ਨਹੀਂ ਹੁੰਦੀ। ਇਨਸਾਨੀਅਤ ਨੂੰ, ਧਰਮ ਨੂੰ, ਕੋਈ ਵੀ ਸੇਵਾ, ਕੋਈ ਅੱਛਾ ਕੰਮ ਕਰਦਾ ਹੋਵੇ ਤੁਹਾਨੂੰ ਸਪੋਰਟ ਕਰਨਾ ਚਾਹੀਦਾ। ਮੈਨੂੰ ਬਾਈ ਜੀ ਦਾ ਹੁਕਮ ਹੋਇਆ ਕਿ ਇੱਥੇ ਚੰਗਾ ਕੰਮ ਹੋ ਰਿਹਾ ਤਾਂ ਮੈਂ ਆ ਕੇ ਸਮਝਿਆ ਪਹਿਲਾਂ। ਇਹ ਨਹੀਂ ਕਿ ਮੈਂ ਲੁਧਿਆਣੇ ਬੈਠੇ ਅਨਾਊਂਸਮੈਂਟ ਕਰਤੀ ਕਿ ਉੱਥੇ ਜਗ੍ਹਾ ਚੰਗਾ ਕੰਮ ਹੋ ਰਿਹਾ, ਤੇ ਮੈਂ ਆ ਕੇ ਦੇਖਿਆ ਪਹਿਲਾਂ। ਇੱਥੇ 2-3 ਘੰਟੇ ਤੋਂ ਮੈਂ ਨਾਲ ਆ, ਮੈਂ ਦੇਖ ਰਿਹਾ ਅਗਲੇ ਦੀ ਪੇਨ, ਕਿ ਉਹਨਾਂ ਨੇ ਇੱਕ ਅੱਛਾ ਉਪਰਾਲਾ ਸ਼ੁਰੂ ਕੀਤਾ ਔਰ ਜੇ ਸਾਥ ਨਹੀਂ ਮਿਲੇਗਾ ਲੋਕਾਂ ਦਾ ਤਾਂ ਮੋਰਲ ਡਾਊਨ ਹੋਏਗਾ। ਮੈਂ ਉਹਨਾਂ ਦੀ ਜਗ੍ਹਾ ਫੀਲ ਕਰ ਸਕਦਾ। ਜਦੋਂ ਮੈਂ ਸ਼ੁਰੂ ਹੋਇਆ ਸੀ ਮੈਂ ਵੀ ਵੀਡੀਓ 'ਚ ਬਹੁਤ ਅਗਰੈਸ਼ਨ ਦਿਖਾਉਂਦਾ ਸੀ ਕਿ ਇੱਕ ਪਾਸੋਂ ਆਪਾਂ ਕਹਿੰਦੇ ਸਮਾਜ 'ਚ ਆਹ ਚੀਜ਼ ਨਾ ਹੋਵੇ, ਤੇ ਜੇ ਕੋਈ ਉਹਦੇ ਚੰਗੇ ਲਈ ਸ਼ੁਰੂਆਤ ਕਰ ਰਿਹਾ ਤਾਂ ਫਿਰ ਉਹਦਾ ਸਾਥ ਵੀ ਤਾਂ ਦਿਓ। ਮਨਾਂ ਜੀ ਕੀ ਅਪੀਲ ਕਰੋਗੇ ਲੋਕਾਂ ਨੂੰ? ਮੈਂ ਸਭ ਤੋਂ ਪਹਿਲਾਂ ਤੇ ਅਨਮੋਲ ਦਾ ਬਹੁਤ ਦਿਲ ਦਿਲ ਦੀਆਂ ਗਹਿਰਾਈਆਂ ਤੋਂ ਕਰਦਾ ਕਿ ਇੱਕ ਮੇਰੇ ਛੋਟੇ ਜਿਹੇ ਸੱਦੇ ਦੇ ਉੱਤੇ ਮੈਂ ਰਿਕੁਐਸਟ ਕੀਤੀ ਕਿ ਪ੍ਰਬੰਧਕ ਵੀ ਚਾਹੁੰਦੇ ਨੇ ਕਿ ਤੁਹਾਨੂੰ ਬਹੁਤ ਸਾਰੀ ਦੁਨੀਆ ਪਿਆਰ ਕਰਦੀ ਹੈ। ਦੁਨੀਆ ਭਰ ਦੇ ਕੋਨੇ-ਕੋਨੇ ਦੇ ਵਿੱਚ ਸਾਡਾ ਇੱਕ ਮੈਸੇਜ, ਅਸੀਂ ਚੰਗਾ ਕੰਮ ਕਰ ਰਹੇ ਹਾਂ ਤੇ ਦੁਨੀਆ ਦੇ ਸਾਹਮਣੇ ਜ਼ਰੂਰ ਆਉਣਾ ਚਾਹੀਦਾ, ਇਹਨੂੰ ਦੇਖਣਾ। ਇਹਦੇ ਨਾਲ ਹੋਰ ਵੀ ਉਪਰਾਲੇ ਬਹੁਤ ਸਾਰੇ ਹੋਣਗੇ ਔਰ ਮੇਰੇ ਇੱਕ ਸੱਦੇ ਦੇ ਉੱਤੇ ਇੱਥੇ ਪਹੁੰਚੇ ਨੇ, ਬਹੁਤ ਵਧੀਆ ਲੱਗਾ, ਬਹੁਤ ਮਾਣ ਮਹਿਸੂਸ ਹੋ ਰਿਹਾ। ਔਰ ਮੈਂ ਸ਼ਹਿਰ ਵਾਸੀਆਂ ਨੂੰ ਇੱਕ ਅਪੀਲ ਕਰਦਾ ਕਿ ਕਿਸੇ ਕਾਫੀ ਸ਼ਾਪ ਤੇ ਬਹਿੰਦੇ ਹੋ, 2-2, 3-3, 4-4 ਹਜ਼ਾਰ ਰੁਪਈਆ ਬਿੱਲ ਬਣਦਾ। ਮੈਂ ਨਹੀਂ ਮੰਨਦਾ ਕਿ ਕੋਈ ਗਊ ਨੂੰ ਗਊ ਮਾਤਾ ਸਮਝ ਕੇ ਆਵੇ, ਕੋਈ ਜਿਹਦੀ ਜਿੰਨੀ ਸ਼ਰਧਾ ਹੈ, ਕੋਈ ਕਿਸੇ ਨੂੰ ਜ਼ਬਰਦਸਤੀ ਮਨਾ ਨਹੀਂ ਸਕਦਾ। ਪਰ ਸ਼ਹਿਰ ਦੀ ਸਾਫ਼ ਸਫਾਈ ਵੀ ਇਹਦੇ ਨਾਲ ਹੁੰਦੀ ਹੈ। ਇਹੋ 300-400 ਗਾਂ ਬਲਦ ਜਿਹੜਾ ਸ਼ਹਿਰ ਦੇ ਵਿੱਚ ਤੁਰਿਆ ਫਿਰੇ, ਫਿਰ ਵੀ ਸਾਡਾ ਜਦੋਂ ਉਹਨੂੰ ਭੁੱਖ ਸਮੇਂ ਦੇ ਅਨੁਸਾਰ ਉਹਨੂੰ ਰੋਟੀ ਨਹੀਂ ਮਿਲਣੀ, ਅਗਰੈਸ਼ਨ ਤੇ ਤੁਹਾਨੂੰ ਆਉਂਦਾ ਹੀ ਹੈ। ਜਦੋਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਚਾਹੇ ਉਹ ਬੰਦਾ ਹੋਵੇ ਚਾਹੇ ਉਹ ਜਾਨਵਰ ਹੈ, ਫਿਰ ਉਹ ਆਪਣਾ ਗੁੱਸਾ ਜਿਹੜਾ ਉਹ ਲੋਕਾਂ ਦੇ ਉੱਤੇ ਕੱਢਦੇ ਨੇ, ਪਏ ਸਮਾਨ ਦੇ ਉੱਤੇ ਕੱਢਦੇ ਨੇ। ਸ਼ਹਿਰ ਦੇ ਵਿੱਚੋਂ 300-400 ਦੇ ਕਰੀਬ ਇਹ ਲੋਕ ਇੱਥੇ ਗਾਂ ਲੈ ਕੇ ਆਏ ਨੇ। ਤੁਸੀਂ ਲੋਕ ਇੱਥੇ ਆਓ, ਜਿੱਥੇ ਰੈਸਟੋਰੈਂਟ ਜਾਂਦੇ ਹੋ 5-10 ਮਿੰਟ ਹਰ ਪਰਿਵਾਰ ਕੋਲ ਏਸੀ ਗੱਡੀ ਹੈ, ਇੱਥੇ ਆਓ, ਤੁਹਾਨੂੰ ਜੋ ਚੰਗਾ ਲੱਗਦਾ ਤੁਸੀਂ ਉਹ ਐਫਰਟ ਕਰੋ। ਦਾਨ ਜ਼ਰੂਰੀ ਨਹੀਂ ਕਿ ਲੱਖਾਂ 'ਚ ਹੋਵੇ, ਕਰੋੜਾਂ 'ਚ ਹੋਵੇ, ਹਜ਼ਾਰਾਂ 'ਚ ਹੋਵੇ। 100 ਰੁਪਈਆ ਵੀ ਦਾਨ ਬੜਾ। ਇੱਕ ਦਿਨ ਦਾ ਇੱਕ ਗਾਂ ਦਾ ਜਿਹੜਾ ਖਰਚਾ 100 ਰੁਪਈਆ, ਤੁਸੀਂ ਇੱਕ ਦਿਨ ਲਈ ਵੀ ਦੇ ਸਕਦੇ ਹੋ ਕਿਸੇ ਦੁਕਾਨ ਦੇ ਉੱਤੇ ਪੈਸੇ ਕਿ ਆ ਮੇਰੇ ਵੱਲੋਂ ਇੱਕ ਦਿਨ ਦਾ ਦਿੱਤਾ ਜਾਵੇ। ਇਹੋ ਲੋਕਾਂ ਦੇ ਵਿੱਚ ਇੰਨੀ ਜਿਹੜੀ ਹੈਗੀ ਆ, ਕੋਈ ਪੰਡਤ ਜੀ ਮਤਲਬ ਕਹਿ ਦੇਣ ਕਿਸੇ ਨੂੰ ਕਿ ਆਹ ਟਰਾਲੀ ਇੱਕ ਦੇ ਕੇ ਆਉਣੀ ਹੈ ਪੱਠਿਆਂ ਦੀ, ਆਪਾਂ ਫਿਰ ਵੀ ਤੇ ਜਾਂਦੇ ਰਹੇ ਹਾਂ। ਮੈਂ ਵੀ ਜਾਂਦਾ, ਮਤਲਬ ਮੈਨੂੰ ਵੀ ਕੋਈ ਕਹਿ ਦੇਵੇ ਤੇ ਮੈਂ ਜਾਂਦਾ ਉੱਥੇ ਕਿ ਹਾਂ ਯਾਰ ਆ ਤੁਸੀਂ ਦਿਓਗੇ ਤੇ ਸ਼ਾਇਦ ਤੁਹਾਡਾ ਆਹ ਕੰਮ ਬਣ ਸਕਦਾ। ਪਰ ਜੇ ਨੀਤ ਨਾਲ, ਜੇ ਸੱਚੀ ਸ਼ਰਧਾ ਨਾਲ ਇੱਥੇ ਆ ਕੇ ਜੇ ਆਪਣੇ ਤੌਰ ਦੇ ਉੱਤੇ ਕੁਝ ਨਾ ਕੁਝ ਦਿੱਤਾ ਜਾਵੇ ਤੇ ਉਹ ਤੁਹਾਡੇ ਖਾਤੇ ਦੇ ਵਿੱਚ, ਜਿਹੜੇ ਭਲੇ ਵਾਲੇ ਖਾਤੇ ਦੇ ਵਿੱਚ ਜ਼ਿਆਦਾ ਪੈਂਦਾ। ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਇੱਥੇ ਇੱਕ ਵਿਜ਼ਿਟ ਸ਼ਹਿਰ ਵਾਸੀਆਂ ਵੱਲੋਂ ਜ਼ਰੂਰ ਕੀਤਾ ਜਾਵੇ। ਔਰ ਉਹਦੇ ਨਾਲ ਮੈਂ ਅਨਮੋਲ ਦਾ ਫਿਰ ਬਹੁਤ ਜ਼ਿਆਦਾ ਧੰਨਵਾਦ ਕਰਦਾ ਕਿ ਮੈਂ ਇੱਕ ਛੋਟਾ ਜਿਹਾ ਸੱਦਾ ਦਿੱਤਾ ਸੀਗਾ ਔਰ ਉਹ ਇੱਥੇ ਪਹੁੰਚੇ ਨੇ। ਮੈਂ ਲੋਕਾਂ ਨੂੰ ਬਾਕੀ ਜਿਹੜੇ ਤੁਹਾਡਾ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਕਿ ਹੋਰ ਸ਼ਹਿਰਾਂ ਦੇ ਵਿੱਚ ਵੀ ਲੋਕਾਂ ਨੂੰ ਪਰਸਨਲੀ ਤੌਰ ਦੇ ਉੱਤੇ ਇਹ ਉਪਰਾਲੇ ਕਰਨੇ ਚਾਹੀਦੇ ਨੇ। ਜਿੱਥੇ ਤੁਸੀਂ ਇੱਕ ਬੱਚੇ ਦਾ, ਜਿਵੇਂ ਤੁਸੀਂ ਇਲਾਜ ਕਰਾਇਆ, ਅੱਜ ਤੁਸੀਂ ਇੱਥੇ ਆ ਕੇ ਵੀ ਭਲਾ ਕੀਤਾ, ਵੀ ਕੀ ਪਤਾ ਬਾਹਰ ਇਹਨਾਂ ਕਿਸੇ ਦੇ ਬੱਚੇ ਦਾ ਕਿੰਨਾ ਨੁਕਸਾਨ ਕਰ ਦੇਣਾ ਸੀ ਜਾਂ ਕਿਸੇ ਜੀਵ ਦਾ ਕਿੰਨਾ ਨੁਕਸਾਨ ਕਰ ਦੇਣਾ ਸੀਗਾ। ਮਤਲਬ ਅੱਗੇ ਉਹ ਸੁੱਖ ਅੰਮ੍ਰਿਤ ਨੇ ਵੀ ਰੇਸ਼ੋ ਦੱਸੀ ਹੈ ਕਿ 25 ਗਾਵਾਂ ਦੇ ਮਗਰ ਜਾਂ ਇੱਕ ਗਾਂ ਦੀ ਜਾਨ ਚਲੇ ਜਾਂਦੀ ਹੈ ਜਾਂ ਉਹ ਬੰਦੇ ਦੀ ਜਾਨ ਚਲੇ ਜਾਂਦੀ ਹੈ। ਉਹ ਦਿਸਦੀਆਂ ਸਾਨੂੰ ਤਾਂ ਨਹੀਂ ਕਿ ਜਿੰਨਾ ਚਿਰ ਸਾਨੂੰ ਮਰਿਆ ਸੜਕ ਦੇ ਉੱਤੇ ਕੋਈ ਦਿਸਦਾ ਨਹੀਂ ਤੇ ਸਾਡਾ ਜਿਹੜਾ ਖੂਨ ਨਹੀਂ ਖੁੱਲਦਾ ਉਨੀ ਦੇਰ ਤੋਂ। ਸੋ ਇਹ ਕੰਮ ਹੋਣ ਹੀ ਨਾ ਦਿੱਤੇ ਜਾਣ ਇਹੋ ਜਿਹੇ ਨੁਕਸਾਨ ਵਾਲੇ। ਬਹੁਤ ਵਧੀਆ ਇੱਥੇ ਅੱਜ ਮੈਂ ਦੂਜੀ ਵਾਰੀ ਆਇਆ ਤੇ ਬੜਾ ਵਧੀਆ ਮਹਿਸੂਸ ਹੋ ਰਿਹਾ। ਤੇ ਅਸਨ ਪੂਰੀ ਟੀਮ ਗੱਲ ਕੀਤੀ ਹੈ ਸੁਖ ਅੰਮ੍ਰਿਤ ਜੀ ਨੇ ਤੇ ਨਾਲ ਅਨਮੋਲ ਕੁਆਤਰਾ ਜੀ ਨੇ ਤੇ ਮਨਦੀਪ ਸਿੰਘ ਮੰਨਾ, ਉਹਨਾਂ ਨੇ ਆ ਕੇ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਸੇਵਾ ਦੇ ਕੰਮਾਂ 'ਚ ਅੱਗੇ ਆਉਣ ਤਾਂ ਕਿ ਗਊ ਸੇਵਾ ਦਾ ਜਿਹੜਾ ਸਹੀ ਮਕਸਦ ਹੈ ਉਸ ਨੂੰ ਸੱਚਾਈ ਦੇ ਨਾਲ ਲੋਕਾਂ ਦੇ ਅੱਗੇ ਲਿਆਇਆ ਜਾ ਸਕੇ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ TV, ਅੰਮ੍ਰਿਤਸਰ।